सतनाम वाहिगुरु साहिब जी। सलोक महला दूजा। अठी पहरी अठ खंड, नावा खंड शरीर। तिस विच नौ निध नाम एक, भालै गुणी गहीर। करम बंती सालाहिया, नानक कर गुर पीर। चौथे पहर सभा कै, सुरतियां उपजै चाओ। तिना दरियावां स्यों दोस्ती, मन मुख सच्चा नाओ। उथै अमृत बंडिया, करमी होए पसाओ। कंचन काया कसिया, बन्नी चढ़ै चढ़ाओ। जे होवै नदर सराफ की, बहुड़ ना पाई ताओ। सती पहरी सत भला, बईयै पड़िया पास। उथे पाप पुन विचारीऐ, कूड़ै घटै रास। उथे खोटे सट्टीऐ, खरे कीचे सावास। बोलन फादल नानका, दुख सुख खसमै पास। महला दूजा। पौन गुरु पाणी पिता, माता धरत महत। दिन सरात दोए दाई दाया, खिलै सगल जगत। चंगियाइयां बुरियाइयां, वाचे धर्म हदूर। करमी आपो अपनी, के नेड़ै के दूर। जिनी नाम ध्याया, गए मसकत काल। नानक ते मुख उजले, होर केती छुट्टी नाल। पौड़ी। सच्चा भोजन भाओ, सतगुर दसिया। सच्चे ही पतिआए, सच विगसिया। सच्चा कोट टिंगराए, निज घर वसिया। सतगुर तुठै नाओ, प्रेम रहसिया। सच्चा दै दीवान, कूड़ ना जाइए। झूठो झूठ बखान, सो महल खवाइए। सच्चा शब्द निशान, ठाक ना पाइए। सच सुन बुझ बखान, महल बुलाइए। सच्चा शब्द निशान, ठाक ना पाइए। सच सुन बुझ बखान, महल बुलाइए। वाहिगुरु जी का खालसा, वाहिगुरु जी की फतेह। गुरु प्यारी साध संगत जी, ये पावन सलोक गुरु ग्रंथ साहिब जी दे अंक 146 ਅਤੇ 147 ਦੇ ਉੱਪਰ ਅੰਕਿਤ ਹਨ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪਹਿਲੇ ਸ਼ਲੋਕ ਦੇ ਵਿੱਚ ਗੁਰੂ ਸੰਗਤ ਜੀ ਉਦਾਹਰਨ ਦਿੱਤੀ ਹੈ। अठी पहरी अठ खंड, नावां खंड शरीर। पुरातन ग्रंथां दे विच
ਸਮੁੱਚੀ ਧਰਤੀ ਨੂੰ 9 ਖੰਡਾਂ ਦੇ ਵਿੱਚ ਵੰਡਿਆ ਗਿਆ, ਉਹਦਾ ਵਰਣਨ ਕੀਤਾ ਗਿਆ। ਸਤਿਗੁਰੂ ਕਹਿੰਦੇ 8 ਪੈਰ ਹਨ, 8 ਖੰਡ ਹਨ, ਤੇ ਤੁਸੀਂ ਇਸ ਸਰੀਰ ਨੂੰ 9ਵਾਂ ਖੰਡ ਸਮਝੋ। ਕਿਉਂਕਿ ਜਦੋਂ ਮਨੁੱਖ ਬਾਹਰਲੀ ਖੋਜ ਕਰਦਾ ਹੈ, ਜਿਹੜੇ ਪ੍ਰਿਥਵੀ ਦੇ ਖੰਡ ਹੈ ਉਹਨੂੰ ਖੋਜਦਾ ਹੈ, ਉਹਦੇ ਵਿੱਚੋਂ ਹੀਰੇ ਮੋਤੀ ਸੋਨਾ ਚਾਂਦੀ ਬਥੇਰੀਆਂ ਧਾਤਾਂ ਉਹਨੂੰ ਪ੍ਰਾਪਤ ਹੁੰਦੀਆਂ। ਬਾਹਰ ਬਹੁਤ ਕੁਝ ਲੱਭਿਆ ਜਾਂਦਾ ਹੈ, ਬਹੁਤ ਕੁਝ ਪ੍ਰਾਪਤ ਹੁੰਦਾ ਹੈ, ਬਹੁਤ ਵੱਡੀ ਕੁਦਰਤ ਹੈ। ਕੀਮਤੀ ਧਾਤਾਂ ਮਨੁੱਖ ਨੂੰ ਪ੍ਰਾਪਤ ਹੋਈਆਂ, ਹੀਰੇ ਮੋਤੀ ਸੋਨਾ ਚਾਂਦੀ, ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ, ਪਰ ਬੰਦਾ ਫਿਰ ਵੀ ਤ੍ਰਿਪਤ ਨਹੀਂ ਹੋਇਆ, ਰੱਜਿਆ ਨਹੀਂ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਆ, ਕਹਿੰਦੇ ਚਲੋ ਭਾਈ ਤੁਸੀਂ ਜੇ ਬਾਹਰ ਨਹੀਂ ਅੰਦਰ ਲੱਭਣਾ ਸ਼ੁਰੂ ਕਰੋ, ਤੇ ਜਿਹੜਾ ਤੁਸੀਂ ਬਾਹਰ ਲੱਭਦੇ ਹੋ ਨਾ ਇਹ ਤੁਹਾਡਾ ਸਾਥ ਨਹੀਂ ਦੇਗਾ, ਤੇ ਅਸਲੀਅਤ ਜਿਹੜੀ ਆ, ਅਸਲੀ ਪਰਮੇਸ਼ਰ ਦਾ ਨਾਮ ਜਿਹੜਾ ਹੈ, ਉਹਦੇ ਗੁਣ ਜਿਹੜੇ ਆ ਉਹ ਤੁਹਾਡੇ ਜੀਵਨ ਨੂੰ ਬਦਲਾ ਦੇਣਗੇ, ਤੁਹਾਡਾ ਜੀਵਨ ਬਦਲ ਦੇਣਗੇ, ਤੁਹਾਡੇ ਜੀਵਨ ਨੂੰ ਸਫਲ ਕਰ ਦੇਣਗੇ। ਸਤਿਗੁਰੂ ਜੀ ਦੇ ਬਚਨ ਕਹਿੰਦੇ ਭਾਈ ਇਹ ਸਰੀਰ ਸਭ ਧਰਮ ਹੈ, ਅੰਦਰ ਸੱਚੇ ਕੀ ਵਿੱਚ ਜੋਤ, ਕਿਉਂਕਿ ਉਹਨੇ ਜੋਤ ਰੱਖੀ ਤਾਂ ਅਸੀਂ ਸੰਸਾਰ ਦੇ ਵਿੱਚ ਆਏ ਹਾਂ। ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਇਹ ਸਰੀਰ ਸਭ ਧਰਮ ਹੈ, ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਅੰਦਰ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਗੁਰਮੁਖ ਕਹਿੰਦੇ ਜਿਹੜਾ ਗੁਰੂ ਦੇ ਸਨਮੁਖ ਹੁੰਦਾ। ਬਹੁਤ ਕੁਝ ਹੈ ਸਾਧ ਸੰਗਤ ਜੀ ਇਸ ਸਰੀਰ ਦੇ ਵਿੱਚ। ਅਸੀਂ ਰੋਜ਼ ਪੜ੍ਹਦੇ, ਸਾਰੇ ਆਪ ਜੀ ਪੜ੍ਹਦੇ, ਭਾਗਾਂ ਵਾਲੇ ਨਿਤਨੇਮੀ ਬੈਠੇ ਹੋ। ਮੱਤ ਵਿੱਚ ਰਤਨ ਜਵਾਹਰ ਮਾਨਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਜਦੋਂ ਅਸੀਂ ਉਹਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਮੰਨਦੇ ਹਾਂ, ਲੱਭਣਾ ਅੰਦਰ ਹੀ ਹੈ, ਬਾਹਰ ਕੁਝ ਵੀ ਨਹੀਂ ਹੈ। ਸਭ ਕਿਛ ਘਰ ਮੈਂ ਬਾਹਰ ਨਾਹੀਂ ਬਾਹਰ ਟੋਲੇ, ਸੋ ਭਰਮ ਭੁਲਾਈ। ਉਹ ਭਟਕਣਾ ਦੇ ਵਿੱਚ ਹੈ ਜਿਹੜਾ ਬਾਹਰ ਲੱਭਣ ਦਾ ਯਤਨ ਕਰਦਾ ਹੈ। ਭਗਤ ਪੀਪਾ ਜੀ ਦਾ ਇੱਕ ਬਚਨ ਹੁੰਦਾ ਹੈ, ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਵੀ ਜਿਹੜੇ 8 ਖੰਡਾਂ ਦੇ ਵਿੱਚ ਲੱਭਦੇ ਫਿਰਦੇ ਹੋ ਨਾ, ਉਹ ਤੁਹਾਡੇ ਤੋਂ, ਉਸ ਤੋਂ ਕੀਮਤੀ ਚੀਜ਼ਾਂ ਤਾਂ ਤੁਹਾਡੇ ਕੋਲ ਹੈ, ਉਸ ਤੋਂ ਕੀਮਤੀ ਚੀਜ਼ਾਂ ਤੁਹਾਡੇ ਅੰਦਰ ਹੈ ਜੋ ਬਾਹਰ ਲੱਭਦੇ ਹੋ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਜਿਹੜਾ ਖੋਜਦਾ ਉਹਨੂੰ ਪ੍ਰਾਪਤ ਕਰ ਲੈਂਦਾ। ਇਸੇ ਕਰਕੇ ਸਤਿਗੁਰੂ ਦੇ ਬਚਨ ਹੁੰਦੇ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਲੱਭਣ ਦਾ ਯਤਨ ਕਰਨਾ, ਉਹਦੀ ਪਰਖ ਕਰਨੀ ਹੈ। ਹੁਣ ਇਹਦੇ ਅੰਦਰ ਬਹੁਤ ਕੁਝ ਹੈ ਸਾਧ ਸੰਗਤ ਜੀ। ਇਹ ਨਹੀਂ ਕਿ ਅੰਦਰ ਸਭ ਕੁਝ ਕੀਮਤੀ ਚੀਜ਼ਾਂ ਹਨ, ਅੰਦਰ ਹੋਰ ਵੀ ਬਹੁਤ ਕੁਝ ਹੈ। ਅੰਦਰ ਹੀ ਬਿਖ ਹੈ, ਅੰਦਰ ਹੀ ਅੰਮ੍ਰਿਤ ਹੈ। ਜ਼ਹਿਰ ਵੀ ਅੰਦਰ ਹੀ ਹੈ ਤੇ ਅੰਮ੍ਰਿਤ ਵੀ ਅੰਦਰ ਹੀ ਹੈ। ਨਾਮ ਵੀ ਅੰਦਰ ਹੈ ਤੇ ਹਉਮੈ ਵੀ ਅੰਦਰ ਹੀ ਵਸਦੀ ਹੈ। ਪੁੰਨ ਵੀ ਅੰਦਰ ਹੈ ਤੇ ਪਾਪ ਵੀ ਅੰਦਰ ਹੀ ਹੈ। ਸਭ ਕੁਝ ਅੰਦਰ ਵਸ ਰਿਹਾ। ਇਹ ਖੋਟੇ ਖਰੇ ਦੀ ਪਰਖ ਕਰਨੀ ਅਸੀਂ, ਇਹਨੂੰ ਖੋਜਣ ਦਾ ਯਤਨ ਕਰਨਾ, ਕਿਉਂਕਿ ਫਿਰ ਅਸੀਂ ਪਰਮੇਸ਼ਰ ਨੂੰ ਕਹਿ ਸਕਦੇ ਹਾਂ ਕਿ ਅਸੀਂ ਲੱਭਿਆ, ਤੇ ਜੇ ਖੋਜ ਕਰਾਂਗੇ ਸਾਨੂੰ ਪ੍ਰਾਪਤ ਹੋਏਗਾ। ਸਤਿਗੁਰੂ ਕਹਿੰਦੇ ਗੁਰੂ ਅਮਰਦਾਸ ਜੀ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਏ। ਤੇ ਜਿਹੜੇ ਮਨ ਦੇ ਪਿੱਛੇ ਤੁਰਦੇ ਉਹ ਸਵਾਦ ਨੂੰ ਨਹੀਂ ਪ੍ਰਾਪਤ ਕਰ ਸਕਦੇ। ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਇੱਕ ਉਦਾਹਰਨ ਦਿਆ ਕਰਦੇ ਸਨ। ਇੱਕ ਛੋਟਾ ਜਿਹਾ ਕੀੜਾ ਹੁੰਦਾ, ਚਿੱਚੜ ਉਹਨੂੰ ਕਹਿੰਦੇ ਪੰਜਾਬੀ ਵਿੱਚ। ਉਹ ਗਾਂ ਜਾਂ ਮੱਝ ਦੇ ਥਣਾ ਦੇ ਉੱਪਰ ਹੁੰਦਾ। ਉਹ ਦੁੱਧ ਨਹੀਂ ਪੀਂਦਾ, ਉੱਥੋਂ ਦੁੱਧ ਨਿਕਲਦਾ ਨਾ ਥਣਾ ਵਿੱਚੋਂ, ਉਹ ਖੂਨ ਪੀਂਦਾ।
ਹੁਣ ਆਪਾਂ ਲਾਂਭਾ ਦਈਏ ਪ੍ਰਮਾਤਮਾ ਤੂੰ ਚੰਗਾ ਨਹੀਂ ਕਰਦਾ, ਪਰ ਅਸੀਂ ਭਾਲ ਵੀ ਕੀ ਕਰਦੇ ਪਏ? ਉਹ ਸਾਡੇ ਉੱਪਰ ਹੈ ਨਾ। ਬੀਜੇ ਬਿਖ ਮੰਗੇ ਅੰਮ੍ਰਿਤ, ਵੇਖੋ ਇਹ ਨਿਆਓ। ਕਿੱਦਾਂ ਦਾ ਇਨਸਾਫ ਹੈ ਤਾਂ ਅੰਦਰ ਹੀ ਹੈ ਨਾ। ਬਿਖ ਵੀ ਅੰਦਰ ਹੀ, ਅੰਮ੍ਰਿਤ ਵੀ ਅੰਦਰ ਹੀ ਹੈ, ਪਾਪ ਵੀ ਅੰਦਰ ਹੈ, ਪੁੰਨ ਵੀ ਅੰਦਰ ਹੈ, ਚੰਗਿਆਈਆਂ ਵੀ ਅੰਦਰ, ਬੁਰਾਈਆਂ ਵੀ ਅੰਦਰ, ਨਾਮ ਵੀ ਅੰਦਰ, ਹਉਮੈ ਵੀ ਅੰਦਰ ਹੈ, ਪ੍ਰੇਮ ਵੀ ਅੰਦਰ ਹੈ, ਘਿਰਨਾ ਵੀ ਅੰਦਰ, ਸਾਡੇ ਬੈਰ ਵੀ ਅੰਦਰ ਹੀ ਬੈਠਾ ਹੈ। ਅਸੀਂ ਚੋਣ ਤਾਂ ਅਸੀਂ ਕਰਨੀ ਹੈ ਨਾ, ਪਰਖ ਤਾਂ ਅਸੀਂ ਕਰਨੀ ਹੈ, ਅਸੀਂ ਕੀ ਲੈਣਾ ਵੀ ਜਿਹਦੇ ਨਾਲ ਮੇਰਾ ਜੀਵਨ ਸਬਰ ਜਾਏਗਾ। ਗੁਰੂ ਸਾਹਿਬ ਮਹਾਰਾਜ ਕਹਿ ਰਹੇ, ਗੁਰੂ ਅੰਗਦ ਦੇਵ ਜੀ ਕਹਿੰਦੇ, 8 ਪੈਰੀ 8 ਖੰਡ। ਉਹ ਤਾਂ ਬਾਹਰ ਤਾਂ ਦੁਨੀਆ ਲੱਭਦੀ ਫਿਰਦੀ ਹੈ ਨਾ, ਬਹੁਤ ਕੁਝ ਮਿਲਦਾ ਹੈ, ਪਰ ਉਹਦੇ ਨਾਲ ਤ੍ਰਿਪਤ ਨਹੀਂ ਹੁੰਦਾ ਬੰਦਾ। 9ਵਾਂ ਖੰਡ ਸਰੀਰ ਅੰਦਰ ਲੱਭੋ, ਅੰਦਰ ਹੀ ਹੈ, ਬਾਹਰ ਨਹੀਂ ਹੈ। ਸਭ ਕੁਛ ਘਰਮ ਹੈ, ਬਾਹਰ ਨਹੀਂ। ਇਹ ਸਰੀਰ ਸਭ ਧਰਮ ਹੈ, ਅੰਦਰ ਸੱਚੇ ਕੀ ਵਿੱਚ ਜੋਤ। ਗੋਹਜ ਰਤਨ ਅੰਦਰ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਏ। ਇਹ ਬਾਣੀ ਇਸੇ ਕਰਕੇ ਆ, ਇਸੇ ਕਰਕੇ ਉਪਦੇਸ਼ ਸਤਿਗੁਰ ਦੇ ਰਹੇ। 8 ਪੈਰੀ 8 ਖੰਡ, 9ਵਾਂ ਖੰਡ ਸਰੀਰ। ਹੁਣ ਕੋਈ ਸਵਾਲ ਕਰ ਸਕਦਾ ਵੀ ਅੰਦਰ ਕਿਉਂ ਭਾਲਣਾ ਹੈ? ਗੁਰੂ ਅੰਗਦ ਦੇਵ ਜੀ ਕਹਿੰਦੇ, ਤਿਸ ਵਿੱਚ ਨਾਉ ਨਿਧ ਨਾਮ ਏਕ। ਇਸ ਸਰੀਰ ਦੇ ਵਿੱਚ 9 ਨਿਧੀ ਜਿਹਨੂੰ ਕਹਿੰਦੇ ਆ, ਸਭ ਕੁਝ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦਾ ਨਾਮ ਤੇਰੇ ਹਿਰਦੇ ਭਰ ਚ ਹੈ। ਗੁਰੂ ਸਾਹਿਬ ਮਹਾਰਾਜ ਕਹਿੰਦੇ, ਭਾਈ 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦਹੀ ਮੈਂ ਇਸਕਾ ਵਿਸਰਾਮ। ਉਹ ਤੇਰੇ ਅੰਦਰ ਹੈ। ਤਿਸ ਵਿੱਚ 9 ਨਿਧ ਨਾਮ ਏਕ। ਪਰ ਭਾਲਦਾ ਕੌਣ ਹੈ? ਭਾਲੈ ਗੁਣੀ ਗਹੀਰ। ਜਿਹੜਾ ਗੁਣਾਂ ਦੇ ਨਾਲ ਡੂੰਘੀ ਸਾਂਝ ਪਾਉਂਦਾ ਹੈ, ਉਹ ਭਾਲਣ ਦਾ ਯਤਨ ਕਰਦਾ ਹੈ। ਕਰਮ ਬੰਤੀ ਸਲਾਹਿਆ, ਨਾਨਕ ਕਰ ਗੁਰ ਪੀਰ। ਜਿਨ੍ਹਾਂ ਨੇ ਆਪਣੇ ਗੁਰੂ ਨੂੰ, ਆਪਣੇ ਪਰਮੇਸ਼ਰ ਨੂੰ ਮੰਨਿਆ, ਉਹਨਾਂ ਨੂੰ ਕੀਤਾ, ਉਹਨਾਂ ਕਰਮਾਂ ਵਾਲਿਆਂ ਨੇ, ਭਾਗਾਂ ਵਾਲਿਆਂ ਨੇ ਪਰਮੇਸ਼ਰ ਨੂੰ ਸਲਾਹਿਆ ਹੈ। ਚੌਥੇ ਪੈਰ ਸਭਾ ਕੇ, ਸੁਰਤਿਆਂ ਉਪਜੇ ਚਾਓ। 4 ਪੈਰ ਰਾਤ ਹੁੰਦੀ ਤੇ 4 ਪੈਰ ਦਿਨ ਹੁੰਦਾ ਹੈ। 1 ਪੈਰ 3 ਘੰਟੇ ਦਾ। ਤੇ ਮੰਨ ਲਿਆ ਜਾਏ ਕਿ ਆਖਰੀ ਜਿਹੜਾ ਪੈਰ ਹੈ ਰਾਤ ਦਾ 3 ਤੋਂ 6, ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ, ਉਹਨੂੰ ਸਤਿਗੁਰੂ ਚੌਥਾ ਪੈਰ ਕਹਿ ਰਹੇ। ਚੌਥੇ ਪੈਰ ਸਭਾ ਕੇ, ਸੁਰਤਿਆਂ ਉਪਜੇ ਚਾਓ। ਅੰਦਰ ਜਦੋਂ ਧਿਆਨ ਹੁੰਦਾ ਤੇ ਚਾਓ ਹੁੰਦਾ ਉੱਠਣ ਦਾ। ਇਹ ਨਹੀਂ ਕਿ ਬੱਧਾ ਚੱਟੀ ਉੱਠਣਾ। ਗੁਰੂ ਸਾਹਿਬ ਕਹਿੰਦੇ ਚਾਓ ਦੇ ਨਾਲ, ਜਦੋਂ ਚਾਓ ਦੇ ਨਾਲ ਉੱਠਦਾ। ਚੌਥੇ ਪੈਰ ਸਭਾ ਕੇ, ਸੁਰਤਿਆਂ ਉਪਜੇ ਚਾਓ। ਤੇ 4 ਪੈਰ ਦਿਨ ਤੇ 4 ਪੈਰ ਰਾਤ, 8 ਪੈਰ ਜਿਹੜੇ ਆ। ਬਾਬਾ ਫਰੀਦ ਸਾਹਿਬ ਜੀ ਨੇ ਵੀ ਆਖਿਆ, ਪਰ ਮਨੁੱਖ ਕਰਦਾ ਕੀ ਹੈ? ਫਰੀਦਾ 4 ਗਵਾਇਆ ਹੰਡ ਕੇ, 4 ਗਵਾਇਆ ਸਮ, ਲੇਖਾ ਰਬ ਮੰਗੇਸਿਆ ਤੂੰ ਆਹੋ ਕਿਹੜੇ ਕੰਮ। ਕਿਹੜੇ ਕੰਮ ਦੇ ਵਾਸਤੇ ਆਇਆ ਸੀ? ਕਹਿੰਦੇ ਭਾਗਾਂ ਵਾਲੇ ਉੱਠਦੇ ਅੰਮ੍ਰਿਤ ਵੇਲੇ। ਚੌਥੇ ਪੈਰ ਸਭਾ ਕੇ, ਸੁਰਤਿਆਂ ਉਪਜੇ ਚਾਓ, ਤਿਨਾਂ ਦਰਿਆਵਾਂ ਸਿਉ ਦੋਸਤੀ। ਹੁਣ ਇੱਥੇ ਜਿਸ ਵੇਲੇ ਅਰਥ ਪੜ੍ਹਦੇ ਆ ਨਾ, ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬੜੇ ਸੋਹਣੇ ਅਰਥ ਕੀਤੇ ਆ। ਉਹ ਦਰਿਆ ਜਿਹੜੇ ਪ੍ਰਭੂ ਦੇ ਪਿਆਰਿਆਂ ਦੇ ਗੁਣਾਂ ਦੇ ਨਾਲ ਭਰਪੂਰ ਗੁਰਸਿੱਖ ਹਨ, ਉਹਨਾਂ ਦੇ ਨਾਲ ਦੋਸਤੀ ਹੈ। ਤਿਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਉ। ਦੋਨਾਂ ਨੂੰ ਅਲੱਗ-ਅਲੱਗ ਪੜ੍ਹਨਾ ਹੈ। ਇੱਥੇ ਮਨ ਦੇ ਨੰਨੇ ਨੂੰ ਸਿਹਾਰੀ ਹੈ, ਮੁਖ ਦੇ ਖੱਖੇ ਨੂੰ ਸਿਹਾਰੀ ਹੈ। ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਮੁਖ ਦੇ ਵਿੱਚ ਇੱਕੋ ਹੀ ਹੈ, ਸੱਚਾ ਨਾਉ। ਤਿਨਾਂ ਦਰਿਆਵਾਂ ਸਿਉ ਦੋਸਤੀ, ਮਨ ਮੁਖ ਸੱਚਾ ਨਾਉ। ਹੁਣ ਉੱਥੇ ਕੀ ਹੁੰਦਾ? ਜਦੋਂ ਵੇਲੇ ਸੰਗਤ ਹੁੰਦੀ ਹੈ, ਅੰਮ੍ਰਿਤ ਵੇਲਾ ਹੁੰਦਾ ਹੈ, ਉੱਥੇ ਅੰਮ੍ਰਿਤ ਵੰਡੀਏ, ਕਰਮੀ ਹੋਏ ਪਸਾਓ। ਉੱਥੇ ਆਤਮਿਕ ਜੀਵਨ ਦੇਣ ਵਾਲਾ ਨਾਮ ਵੰਡਿਆ ਜਾਂਦਾ ਹੈ। ਬਖਸ਼ਿਸ਼ ਦੇ ਨਾਲ ਪ੍ਰਾਪਤੀ ਹੁੰਦੀ ਹੈ।
ਕੰਚਨ ਕਾਇਆ ਕੱਸੀਐ ਬੰਨੀ ਚੜੇ ਚੜਾਓ। ਜਿਹੜਾ ਸੋਨਾ ਹੁੰਦਾ ਨਾ, ਸੋਨਾ ਜਦੋਂ ਇੱਕ ਵਾਰੀ ਕੁਠਾਲੀ ਤੇ ਪੈ ਜਾਂਦਾ, ਕਸਵੱਟੀ ਤੇ ਲੱਗਦਾ, ਉਹਨੂੰ ਅੱਗ ਦੇ ਵਿੱਚ ਸਾੜ ਕੇ ਉਹਦੀ ਖੋਟ ਸਾੜ ਦਿੰਦਾ ਸੁਨਿਆਰਾ, ਫਿਰ ਉਹ ਖਰਾ ਹੋ ਜਾਂਦਾ ਨਾ। ਫਿਰ ਖਰਾ ਹੋ ਗਿਆ, ਫਿਰ ਉਹਨੂੰ ਤਿਜੋਰੀ ਵਿੱਚ ਰੱਖ ਲੈਂਦਾ, ਅਲਮਾਰੀ ਵਿੱਚ ਰੱਖ ਲੈਂਦਾ। ਇਸੇ ਤਰ੍ਹਾਂ ਜਿਹੜੇ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਪ੍ਰਵਾਨ ਚੜ੍ਹ ਜਾਂਦੇ ਆ, ਕੰਚਨ ਕਾਇਆ ਕੱਸੀਏ, ਕਸਵੱਟੀ ਤੇ ਲਾਏ ਆ ਸਰੀਰ, ਬੰਨੀ ਚੜੇ ਚੜਾਓ, ਉਹਨਾਂ ਦਾ ਜੀਵਨ ਜਿਹੜਾ ਹੈ ਚੜ੍ਹਦੀ ਕਲਾ ਵਾਲਾ ਬਣ ਜਾਂਦਾ। ਜੇ ਹੋਵੇ ਨਦਰ ਸਰਾਫ ਕੀ ਬੌੜ ਨਾ ਪਾਈ ਤਾਓ। ਹੁਣ ਜਿਹੜਾ ਸੋਨਾ ਖਰਾ ਹੈ ਉਹਨੂੰ ਬਾਰ-ਬਾਰ ਥੋੜ੍ਹੇ ਅੱਗ ਦੇ ਵਿੱਚ ਸਾੜਦਾ ਉਹ। ਇਸੇ ਤਰ੍ਹਾਂ ਜਿਹੜਾ ਉਹਦੀ ਨਜ਼ਰ ਵਿੱਚ ਆ ਗਿਆ, ਸਰਾਫ ਵਾਹਿਗੁਰੂ ਅਕਾਲ ਪੁਰਖ ਦੀ ਨਜ਼ਰ ਵਿੱਚ ਆ ਗਿਆ, ਉਹਨੇ ਫਿਰ ਦੁਬਾਰਾ ਪ੍ਰੀਖਿਆ ਨਹੀਂ ਪਰਮੇਸ਼ਰ ਲੈਂਦਾ। ਜੇ ਹੋਵੇ ਨਦਰ ਸਰਾਫ ਕੀ ਬੌੜ ਨਾ ਪਾਈ ਤਾਓ, ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ। ਹੁਣ ਚਲੋ ਇੱਕ ਪੈਰ ਤਾਂ ਅਸੀਂ ਜੁੜ ਗਏ, ਅੰਮ੍ਰਿਤ ਵੇਲੇ ਜੁੜ ਗਏ। ਹੁਣ ਲੋਕਾਂ ਨੇ ਸਾਡੇ ਵਿੱਚ ਇੱਦਾਂ ਦੇ ਪੈਦਾ ਹੋ ਗਏ ਵੀ 2.5 ਘੰਟੇ ਸਿਮਰਨ ਕਰਨਾ ਹੈ, 2.5 ਘੰਟੇ ਕੱਢੋ ਜੀ 24 ਘੰਟੇ ਵਿੱਚ, ਬਾਕੀ ਮਤਲਬ 21.5 ਘੰਟੇ ਕੁਛ ਮਰਜ਼ੀ ਕਰੀ ਜਾਓ। ਨਹੀਂ, ਜੋ ਸਤਿਗੁਰੂ ਮਹਾਰਾਜ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਸਤਿਗੁਰੂ ਤਾਂ ਕਹਿੰਦੇ ਭਾਈ ਇੱਕ ਦੂ ਜੀ ਭਉ ਲੱਖ ਹੋਵੈ, ਲੱਖ ਹੋਵੈ ਲੱਖ 20, ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼। ਕਰ ਬੰਦੇ ਤੋਂ ਬੰਦਗੀ ਜਿਚਰ ਘਟ ਮੈਂ ਸ਼ਾਹ। ਜਿਹਦੇ ਸਵਾਸ ਚੱਲ ਰਹੇ ਆ ਉਹਨੂੰ ਜਪੀ ਜਾਓ। ਵੀ ਸਿਰਫ ਅਸੀਂ 24 ਘੰਟੇ 2.5 ਘੰਟੇ ਸਵਾਸ ਲੈਂਦੇ ਆ, 24 ਘੰਟੇ ਲੈਂਦੇ ਆ। ਤੇ ਇਸੇ ਤਰ੍ਹਾਂ ਉਹਨੂੰ ਹਮੇਸ਼ਾ ਯਾਦ ਕਰਨਾ, ਹਮੇਸ਼ਾ ਉਹ ਪਰਮੇਸ਼ਰ ਦੇ ਨਾਲ ਜੁੜਨਾ। ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ। ਹੁਣ ਜੇ ਇੱਕ ਪੈਰ ਸੰਭਾਲ ਲਿਆ ਤੇ 7 ਪੈਰ ਆਪਾਂ ਹੋਰ ਕੁਝ ਕਰਨ ਲੱਗ ਗਏ, ਤੇ ਉਹ ਜਿਹੜਾ ਇੱਕ ਪੈਰ ਕੀਤਾ ਸੀ ਉਹ ਵੀ ਖਤਮ ਹੋ ਗਿਆ। ਮਤਲਬ ਸਾਡਾ ਪੁੰਨ ਘਟ ਜਾਣਾ, ਪਾਪ ਵੱਧ ਜਾਣੇ। 7 ਪੈਰ ਜ਼ਿਆਦਾ ਹੁੰਦੇ, ਇੱਕ ਪੈਰ ਘੱਟ ਹੁੰਦਾ। ਕਹਿੰਦੇ 7 ਪੈਰ ਵੀ ਜਿਹੜਾ ਹੈ, ਇੱਕ ਪੈਰ ਦਾ ਕੀਤਾ ਹੋਇਆ 7 ਪੈਰ ਉਹਦਾ ਅਸਰ ਰਹਿਣਾ ਚਾਹੀਦਾ ਜੀਵਨ ਵਿੱਚ ਦਿਨ ਰਾਤ। ਸੱਤੀ ਪਹਿਰੀ ਸੱਤ ਭਲਾ, ਉਹਦੇ ਵਾਸਤੇ ਕੀ ਕਰਨਾ? ਬਈਏ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਐ ਕੂੜੇ ਘਟੈ ਰਾਸ। ਉਥੇ ਬੈਠ ਕੇ ਇਹ ਯਾਦ ਕਰਨਾ ਕਿ ਮੇਰੇ ਵਾਸਤੇ ਕੀ ਪਾਪ ਹੈ ਤੇ ਕੀ ਪੁੰਨ ਹੈ। ਇਹ ਨਹੀਂ ਕਿ ਮੇਰੇ ਸਮੇਤ ਮੈਂ ਗੱਲ ਕਰ ਰਿਹਾ, ਸਾਨੂੰ ਸਾਰਿਆਂ ਨੂੰ ਪਤਾ ਕਿ ਮੈਂ ਕੀ ਗਲਤ ਕਰਦਾ ਤੇ ਮੈਂ ਕੀ ਠੀਕ ਕਰਦਾ, ਇਹ ਸਾਰਿਆਂ ਨੂੰ ਪਤਾ ਹੈ। ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ। ਜਾਣ ਬੁੱਝ ਕੇ ਕਰਦਾ, ਕਹਿੰਦਾ ਰੱਬ ਕਿਹੜਾ ਦੇਖਦਾ ਹੈ। ਇੱਕ ਪਾਸੇ ਪੜ੍ਹ ਜਾਂਦਾ ਹੈ ਸਭੇ ਘਟ ਰਾਮ ਬੋਲੇ, ਰਾਮਾ ਬੋਲੇ। ਇੱਕ ਪਾਸੇ ਪੜ੍ਹ ਲਿਆ ਸਭ ਮੈਂ ਜੋਤ ਜੋਤ ਹੈ, ਉਹ ਤਾਂ ਅੰਦਰ ਬੈਠਾ ਹੈ, ਉਹ ਕੋਈ ਡਰਦਾ ਵੀ ਨਹੀਂ ਹੈ। ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ ਕਾਏ ਕੀ ਕੁਸਲਾਤ, ਹਾਥ ਦੀਪ ਕੂਏ ਪਰੇ। ਹੁਣ ਗਿਆਨ ਵੀ ਹੋਵੇ, ਸਮਝ ਵੀ ਹੋਵੇ, ਫਿਰ ਬੰਦਾ ਖੂਹ ਵਿੱਚ ਡਿੱਗ ਜਾਏ, ਕਿਸੇ ਦਾ ਕਸੂਰ ਥੋੜ੍ਹੇ ਹੈ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਿਉਂ ਸਿੱਖਾਂ ਮੈਂ ਚੂਕ, ਅੰਧੇ ਇੱਕ ਨਾ ਆਖੀਏ ਜਿਉਂ ਬਾਂਸ ਵਜਾਈਏ ਫੂਕ। ਫੂਕ ਮਾਰੋਗੇ ਦੂਸਰੇ ਪਾਸੇ ਹਵਾ ਨਿਕਲ ਜਾਣੀ, ਕੋਈ ਸੁਰ ਨਹੀਂ ਬਣਨੀ ਉਹਦੀ। ਤੇ ਇਸੇ ਤਰ੍ਹਾਂ ਉਹ ਸਭ ਕੁਝ ਜਾਣਦਾ ਹੈ। ਤੇ ਉੱਥੇ ਬੈਠ ਕੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਪਾਪ ਤੇ ਪੁੰਨ ਦੀ ਵਿਚਾਰ ਕਰਨੀ, ਮੇਰੇ ਵਾਸਤੇ ਕੀ ਚੰਗਾ ਤੇ ਮੇਰੇ ਵਾਸਤੇ ਕੀ ਮਾੜਾ। ਜਿਹਨੂੰ ਆਪਾਂ ਪੜ੍ਹਦੇ ਹਾਂ ਨਾ, ਰੋਜ਼ ਅਰਦਾਸ ਕਰਦੇ ਹਾਂ ਵਿਵੇਕ ਦਾਨ। ਵਿਵੇਕ ਦਾ ਅਰਥ ਹੀ ਹੈ ਕਿ ਸਤਿਗੁਰੂ ਸਾਨੂੰ ਮੰਦੇ ਚੰਗੇ ਦੀ ਪਰਖ ਆ ਜਾਏ, ਵੀ ਮੇਰੇ ਵਾਸਤੇ ਕੀ ਚੰਗਾ ਤੇ ਕਿ ਮੇਰੇ ਵਾਸਤੇ ਕੀ ਮਾੜਾ ਹੈ। ਉੱਥੇ ਪਾਪ ਪੁੰਨ ਵਿਚਾਰੀਏ ਕੂੜੇ ਘੱਟੇ ਰਾਸ। ਜਿਹੜੀ ਕੂੜ ਦੀ ਰਾਸ ਨਾ ਪੂੰਜੀ ਘਟ ਜਾਏਗੀ ਤੇ ਸੱਚ ਵਧੇਗਾ। ਉੱਥੇ ਖੋਟੇ ਸੱਟੀਏ ਖਰੇ ਕੀਚੇ ਸਾਵਾਸ। ਉੱਥੇ ਖੋਟਿਆਂ ਨੂੰ ਸਿੱਟ ਦਿੱਤਾ ਜਾਂਦਾ ਹੈ, ਖਰਿਆਂ ਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ। ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੇ ਪਾਸ। ਫਾਦਲ ਸ਼ਬਦ ਜਿਹੜਾ ਅਰਬੀ ਭਾਸ਼ਾ ਦਾ ਹੈ,
ਫਜ਼ੂਲ, ਆਪਾਂ ਜਿੱਦਾਂ ਪੰਜਾਬੀ 'ਚ ਕਹਿੰਦੇ ਫਜ਼ੂਲ ਗੱਲਾਂ ਕਰਦਾ, ਕਹਿੰਦੇ ਫਜ਼ੂਲ ਗੱਲਾਂ ਕਰਨੀਆਂ, ਫਜ਼ੂਲ ਬੋਲਣਾ। ਬੋਲਣ ਫਾਦਲ ਨਾਨਕਾ, ਦੁੱਖ ਸੁੱਖ ਖਸਮੇ ਪਾਸ। ਮਹਿਲਾ ਦੂਜਾ, ਪੌਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਹੁਣ ਇਹ ਸ਼ਲੋਕ 8 ਨੰਬਰ ਅੰਕ 'ਤੇ ਵੀ ਹੈ, ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਜਪਜੀ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ। ਇਹਦਾ ਮਤਲਬ ਇਹ ਹੈ ਕਿ ਪਹਿਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਸਾਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਕੋਲ ਸੀ। ਦੂਸਰਾ ਕਿ ਜਿਹੜੀ ਚੀਜ਼ ਸਾਨੂੰ ਚੰਗੀ ਲੱਗਦੀ ਆ ਤੇ ਅਸੀਂ ਉਹਨੂੰ ਬਾਰ-ਬਾਰ ਰਿਪੀਟ ਕਰਦੇ ਹਾਂ, ਬਾਰ-ਬਾਰ ਬੋਲਦੇ ਹਾਂ, ਬਾਰ-ਬਾਰ ਸੁਣਦੇ ਹਾਂ। ਗੁਰੂ ਅੰਗਦ ਦੇਵ ਜੀ ਨੂੰ ਚੰਗਾ ਲੱਗਾ, ਉਹਨਾਂ ਨੇ ਫਿਰ ਇਸ ਨੂੰ ਦਰਜ ਕੀਤਾ। ਪਰ ਜਦੋਂ ਦੂਸਰੀ ਵਾਰ ਸ਼ਬਦ ਦਰਜ ਹੁੰਦਾ ਬਾਣੀ ਦੇ ਵਿੱਚ, ਜਿੰਨੇ ਵੀ ਸ਼ਬਦ ਆਏ, ਜੇ ਦੂਸਰੀ ਵਾਰ ਆਏ, ਉਹਦੇ ਵਿੱਚ ਥੋੜ੍ਹਾ ਜਿਹਾ ਫਰਕ, ਅਰਥਾਂ ਦੇ ਵਿੱਚ ਕੋਈ ਫਰਕ ਨਹੀਂ ਹੈ, ਥੋੜ੍ਹਾ ਜਿਹਾ ਉਚਾਰਨ ਦੇ ਵਿੱਚ ਫਰਕ ਹੈ। ਹੁਣ ਗੁਰੂ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ, ਕੱਲ੍ਹ ਵੀ ਬੇਨਤੀ ਕੀਤੀ ਸੀ, ਸੋਧਰ ਦੀ ਜਿਹੜੀ ਪੌੜੀ ਆ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਸ਼ਾਮ ਨੂੰ ਵੀ ਪੜ੍ਹਦੇ ਹਾਂ, ਤੇ ਉਹਦੇ ਵਿੱਚ 49 ਫਰਕ ਆ, 49 ਫਰਕ ਹੈ। ਜੇ ਆਪਾਂ ਅਣਗਹਿਲੀ ਨਾਲ ਪੜ੍ਹਦੇ ਹਾਂ, ਕੁਛ ਵੀ ਨਹੀਂ ਪੱਲੇ ਪੈਂਦਾ। ਅਰਥ ਕੋਈ, ਅਰਥਾਂ ਦਾ ਅਰਥ ਉਹੀ ਹੋਣਗੇ, ਪਰ ਉਚਾਰਨ ਦੇ ਵਿੱਚ ਹੁਣ ਇੱਥੇ ਗੁਰੂ ਸਾਹਿਬ ਉੱਥੇ ਪਵਨ ਲਿਖਿਆ, ਇੱਥੇ ਪੌਣ ਗੁਰੂ ਪਾਣੀ ਪਿਤਾ। ਜੇ ਹੁਣ ਆਪਾਂ ਉੱਪਰ ਅਰਥ ਕਰੀਏ, ਪੌਣ ਗੁਰੂ ਹਵਾ ਗੁਰੂ ਹੈ, ਹਵਾ ਗੁਰੂ ਥੋੜ੍ਹੇ ਹੈ। ਆਤਮਾ ਵਾਸਤੇ ਜਿੰਨੀ ਗੁਰੂ ਦੀ ਜ਼ਰੂਰਤ ਹੈ, ਉਨੀ ਸਰੀਰ ਨੂੰ ਚਲਾਉਣ ਵਾਸਤੇ ਸਵਾਸਾਂ ਦੀ ਜ਼ਰੂਰਤ ਹੈ। ਆ ਹਵਾ ਨਹੀਂ ਬੋਲ ਰਹੇ ਨਾ ਆਪਾਂ, ਹਵਾ ਨਹੀਂ ਚੱਲ ਫਿਰ ਰਹੇ ਨਾ। ਪੌਣ ਗੁਰੂ ਪਾਣੀ ਪਿਤਾ, ਸਤਿਗੁਰੂ ਕਹਿੰਦੇ ਪਹਿਲਾ ਪਾਣੀ ਜੀਉ ਹੈ, ਜਿਤ ਹਰਿਆ ਸਭ ਕੋਈ। ਮਾਤਾ ਧਰਤ ਮਹਤ, ਇਹ ਧਰਤੀ ਮਾਤਾ, ਮਹਤ ਕਹਿੰਦੇ ਵੱਡੀ, ਇਹ ਮਾਂ ਵੱਡੀ ਹੈ। ਇੱਕ ਮਾਂ ਹੁੰਦੀ ਹੈ ਨਾ ਜੋ ਬੱਚੇ ਦਾ ਮਲ ਮੂਤਰ ਸਾਫ਼ ਕਰਦੀ ਹੈ, ਤੇ ਉਹਨੂੰ ਸਾਫ਼ ਕਰਕੇ ਕਿੱਥੇ ਸਿੱਟਦੀ ਹੈ? ਧਰਤੀ ਤੇ ਸਿੱਟ ਦਿੰਦੀ ਹੈ, ਉਹ ਸੰਭਾਲ ਲੈਂਦੀ ਹੈ। ਵੱਡੀ ਧਰਤ ਮਾਤਾ ਹੈ। ਮਾਤਾ ਧਰਤ ਮਹਤ ਦਿਨਸ, ਉੱਥੇ ਦਿਵਸ ਹੈ, ਦਿਨਸ ਰਾਤ ਦੋਏ ਦਾਈ ਦਾਇਆ। ਜਿੱਦਾਂ ਖੜਾਵਾ ਤੇ ਖੜਾਵੀ ਬੱਚਿਆਂ ਨੂੰ ਖਿਡਾਉਣ ਵਾਸਤੇ ਰੱਖੇ ਜਾਂਦੇ ਸੀ, ਅੱਜ ਵੀ ਰੱਖੇ ਜਾਂਦੇ ਹਨ। ਤੇ ਉਸ ਸਮੇਂ ਵਿੱਚ ਗੁਰੂ ਸਾਹਿਬ ਮਹਾਰਾਜ ਕਹਿੰਦੇ ਸਾਰਾ ਦਿਨ ਬੰਦਾ ਖੇਡਦਾ ਹੈ, ਰਾਤ ਜਿਹੜੀ ਹੈ ਸਲਾ ਦਿੰਦੀ ਹੈ। ਦਿਨਸ ਰਾਤ ਦੋਏ ਦਾਈ ਦਾਇਆ, ਖੇਲਾਂ ਸਗਲ ਜਗਤ, ਸਾਰਾ ਸੰਸਾਰ ਖੇਡ ਰਿਹਾ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਉਹਦੀ ਹਜ਼ੂਰੀ ਦੇ ਵਿੱਚ ਚੰਗਿਆਈਆਂ ਤੇ ਬੁਰਾਈਆਂ ਵਾਚੀਆਂ ਜਾਂਦੀਆਂ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਅਸੀਂ ਕਰਮਾਂ ਕਰਕੇ, ਕੋਈ ਰੱਬ ਤੋਂ ਨੇੜੇ ਆ, ਕੋਈ ਪ੍ਰਮਾਤਮਾ ਤੋਂ ਦੂਰ ਹੈ, ਆਪਣੇ ਕਰਮਾਂ ਕਰਕੇ, ਕਿਸੇ ਕਰਕੇ ਨਹੀਂ। ਕੱਲ੍ਹ ਆਪਾਂ ਸ਼ਬਦ ਆਪ ਜੀ ਸੁਣੋਗੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ। ਕਿਸੇ ਨੂੰ ਦੋਸ਼ ਨਹੀਂ, ਆਪਣੇ ਕਰਮਾਂ ਕਰਕੇ ਹੈ। ਦੱਦੇ ਦੋਸ਼ ਨਾ ਦੋ ਕਿਸੇ, ਦੋਸ਼ ਕਰਮਾਂ ਆਪਣੇ ਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ। ਜਿਹੜੇ ਮਸਕਤ ਕਰਕੇ ਘਾਲ ਨਾ ਘਲ ਕੇ ਜਾਂਦੇ ਆ, ਪਰਮੇਸ਼ਰ ਦਾ ਨਾਮ ਧਿਆਉਂਦੇ ਆ। ਨਾਨਕ ਤੇ ਮੁਖ ਉਜਲੇ, ਹੋਰ ਕੀਤੀ ਛੁੱਟੀ ਨਾਲ। ਉਹ ਆਪ ਤਾਂ ਤਰ ਗਏ, ਤੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਅੱਗੇ ਪੌੜੀ ਵਿੱਚ ਗੁਰੂ ਸਾਹਿਬ ਕਹਿੰਦੇ, ਪੌੜੀ ਸੱਚਾ ਭੋਜਨ ਭਾਓ, ਸਤਿਗੁਰ ਦੱਸਿਆ। ਇਹ ਪ੍ਰੇਮ ਦਾ ਭੋਜਨ ਜਿਹੜਾ ਹੈ, ਇਹ ਸਤਿਗੁਰੂ ਮਹਾਰਾਜ ਦੇ ਨਾਲ ਜੁੜਿਆਂ ਪ੍ਰਾਪਤ ਹੁੰਦਾ ਹੈ। ਸਤਿਗੁਰੂ ਇਹਨੂੰ ਦੱਸਦੇ ਆ, ਸਾਨੂੰ ਸਮਝਾਉਂਦੇ ਆ। ਸੱਚਾ ਭੋਜਨ ਭਾਓ, ਸਤਿਗੁਰ ਦੱਸਿਆ। ਸੱਚੇ ਹੀ ਪਤਿਆਏ, ਸੱਚ ਬਿਗਸਿਆ। ਜਦੋਂ ਅਸੀਂ ਸੱਚ ਨਾਲ ਜੁੜਦੇ ਹਾਂ, ਅਸੀਂ ਪਤੀਜ ਜਾਂਦੇ ਹਾਂ। ਸੱਚ ਨਾਲ ਜੁੜਾਂਗੇ, ਸਾਡੇ ਅੰਦਰ ਖੇੜਾ ਆਏਗਾ। ਰੋਜ਼ ਆਪਾਂ ਪੜ੍ਹਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ, ਅੰਦਰ ਖੇੜਾ ਹੈ। ਸੱਚੇ ਹੀ ਪਤਿਆਏ, ਸੱਚ ਬਿਗਸਿਆ। ਸੱਚੇ ਕੋਟ ਗਿਰਾਏ, ਨਿਜ ਘਰ ਵਸਿਆ। ਕੋਟ ਕਿਲਾ, ਗਿਰਾਏ ਮਤਲਬ ਗਰਾਂ, ਭਾਵ ਪਿੰਡ ਜਿਹੜਾ ਹੈ। ਇਹ ਜਿਹੜਾ ਸਾਡਾ ਸਰੀਰ ਹੈ, ਬਹੁਤ ਸੋਹਣਾ ਕਿਲਾ ਹੈ, ਬਹੁਤ ਸੋਹਣਾ ਪਿੰਡ ਹੈ। ਭਾਵ ਅਸੀਂ ਅੰਦਰ ਚਲੇ ਗਏ ਹਾਂ, ਅੰਦਰ ਜਾਣ ਦਾ ਯਤਨ ਕੀਤਾ। ਕਹਿੰਦੇ ਜਿਹਨੂੰ ਕਹਿੰਦੇ ਨਿਜ ਘਰ ਵਸਿਆ। ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ। ਭਟਕਣਾ ਖਤਮ ਹੋਈ, ਜਿਹਨੂੰ ਆਪਾਂ ਕਹਿੰਦੇ ਥਿਰ ਘਰ ਵਹਿਸੋ ਹਰ ਜਨ ਪਿਆਰੇ। ਜਦੋਂ ਟਿਕਾਓ ਵਿੱਚ ਆਓਗੇ, ਸਤਿਗੁਰ ਤੁਮਰੇ
ਕਾਰ ਸਵਾਰ। ਸਤਿਗੁਰ ਤੁਠੇ ਨਾਉ ਪ੍ਰੇਮ ਰਹੱਸਿਆ। ਸਤਿਗੁਰੂ ਪ੍ਰਸੰਨ ਹੋ ਕੇ ਬਖਸ਼ਿਸ਼ ਕਰਦੇ ਆ, ਨਾਮ ਦਿੰਦੇ ਆ, ਤੇ ਉਸ ਪ੍ਰੇਮ ਵਿੱਚ ਜੁੜ ਕੇ ਮਨ ਖੁਸ਼ ਹੋ ਜਾਂਦਾ ਹੈ, ਖਿੜਿਆ ਜਾਂਦਾ ਹੈ। ਸੱਚੇ ਦੇ ਦੀਵਾਨ ਕੂੜ ਨਾ ਜਾਈਏ। ਜਿਹੜੇ ਝੂਠੇ ਜੀਵਨ ਕਮਾਉਣ ਵਾਲੇ ਆ, ਉਹ ਸੱਚੇ ਦੇ ਦਰਬਾਰ ਦੇ ਵਿੱਚ ਨਹੀਂ ਪਹੁੰਚ ਸਕਦੇ, ਕਿਉਂਕਿ ਝੂਠੋ ਝੂਠ ਵਖਾਣ ਸੋ ਮਹਿਲ ਖਵਾਈਏ। ਉਹ ਝੂਠ ਨਾਲ ਪ੍ਰੀਤ ਕਰਦੇ ਆ, ਸੱਚ ਨੂੰ ਛੱਡ ਦਿੰਦੇ ਆ, ਤੇ ਮਹਿਲ ਤੋਂ ਖੁੰਝ ਜਾਂਦੇ ਆ, ਪਰਮਾਤਮਾ ਦੇ ਟਿਕਾਣੇ ਤੋਂ ਖੁੰਝ ਜਾਂਦੇ ਆ। ਝੂਠੋ ਝੂਠ ਵਖਾਣ ਸੋ ਮਹਿਲ ਖਵਾਈਏ। ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ। ਨਿਸ਼ਾਨ ਦਾ ਅਰਥ ਹੁੰਦਾ ਰਾਹਦਾਰੀ। ਪੁਰਾਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਮਿਲਦੇ ਸਨ, ਉਹਨਾਂ ਦੇ ਉੱਪਰ ਲਿਖਿਆ ਹੁੰਦਾ ਸੀ ਜਪ ਨਿਸ਼ਾਨ। ਜਪਜੀ ਸਾਹਿਬ ਦਾ ਨਾਮ ਜਪ ਨਿਸ਼ਾਨ। ਜਪ ਨਿਸ਼ਾਨ ਦਾ ਭਾਵ ਇਹ ਸਾਡਾ ਜਪ ਕੇ ਇਹ ਸਾਨੂੰ ਰਾਹਦਾਰੀ ਮਿਲੇਗੀ। ਜਿਹਨੂੰ ਕੋਈ ਕਿਸੇ ਮੰਤਰੀ ਦਾ, ਕਿਸੇ ਅਫਸਰ ਦਾ ਕਾਰਡ ਮਿਲ ਜਾਂਦਾ ਹੈ, ਉਹਨੂੰ ਕੋਈ ਟੋਲ ਟੈਕਸ ਤੇ ਨਹੀਂ ਰੋਕਦਾ, ਕੋਈ ਨਾਕੇ ਤੇ ਨਹੀਂ ਰੋਕਦਾ। ਤੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੀ, ਸਤਿਗੁਰ ਦੇ ਸ਼ਬਦ ਦੀ ਰਾਹਦਾਰੀ ਮਿਲ ਜਾਂਦੀ ਹੈ, ਉਹਨਾਂ ਨੂੰ ਕੋਈ ਰੁਕਾਵਟ ਨਹੀਂ ਆਉਂਦੀ। ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਏ। ਸੱਚ ਸੁਣ ਬੁੱਝ ਬਖਾਣ। ਕਹਿੰਦੇ ਸੱਚ ਨੂੰ ਸੁਣ, ਉਹਨੂੰ ਸਮਝ ਤੇ ਉਹਨੂੰ ਵਿਚਾਰ। ਮਹਿਲ ਬੁਲਾਈਏ, ਫਿਰ ਤੈਨੂੰ ਮਹਿਲ ਬੁਲਾ ਲਏਗਾ, ਤੈਨੂੰ ਟਿਕਾਣੇ ਤੇ ਬੁਲਾ ਲਏਗਾ। ਗੁਰੂ ਮਹਾਰਾਜ ਕਿਰਪਾ ਕਰਨ। ਇਹ ਤਾਂ ਹੋਏਗਾ ਜਦੋਂ ਇਸ ਸਰੀਰ ਨੂੰ ਅਸੀਂ ਉਸ ਕੰਮ ਦੇ ਵਿੱਚ ਲਾਵਾਂਗੇ। ਗੁਰੂ ਸਾਹਿਬ ਕਹਿੰਦੇ 8 ਪੈਰੀ 8 ਖੰਡ, ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਤ ਨਾਮ ਏਕ, ਭਾਲੇ ਗੁਣੀ ਗਹੀਰ। ਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਸੰਗਤ ਜੀ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ। ਹੋਈਆਂ ਭੁੱਲਾਂ ਨੂੰ ਬਖਸ਼ਦਿਆਂ ਬੁਲਾਓ ਫਤਿਹ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।